ਸਾਰੇ ਬੱਚਿਆਂ ਨੂੰ ਜੈ ਸੁਮਸੀ ਦੀ। ਅੱਜ ਆਪਾਂ 7th ਕਲਾਸ ਦਾ 5th ਚੈਪਟਰ ਕਰਨ ਜਾ ਰਹੇ ਹਾਂ। ਤੁਹਾਡੇ 5th ਚੈਪਟਰ ਦਾ ਨਾਮ ਹੈ ਦਾਨੀਅਲ ਨਬੀ। ਦਾਨੀਅਲ ਨਾਮ ਦਾ ਅਰਥ ਹੈ ਖੁਦਾ ਮੇਰਾ ਨਿਆਂ ਕਰਤਾ ਹੈ। ਪੁਸਤਕ ਦੀ ਸ਼ੁਰੂਆਤ ਵਿੱਚ ਹੀ ਦਾਨੀਅਲ ਇੱਕ ਨੌਜਵਾਨ ਵਜੋਂ ਸਾਹਮਣੇ ਆਉਂਦਾ ਹੈ ਜੋ ਖੁਦਾ ਦੇ ਪ੍ਰਤੀ ਵਫ਼ਾਦਾਰ ਅਤੇ ਦੂਜੇ ਦੇਵਤਿਆਂ ਦੇ ਸਾਹਮਣੇ ਲੁਕਣ ਤੋਂ ਇਨਕਾਰ ਕਰਨ ਵਾਲਾ ਹੈ। ਇਹੀ ਕਾਰਨ ਸੀ ਕਿ ਖੁਦਾ ਉਸ ਨੂੰ ਭੁੱਖੇ ਸ਼ੇਰਾਂ ਦੇ ਮੂੰਹੋਂ ਬਚਾਉਂਦਾ ਹੈ। ਖੁਦਾ ਉਸ ਦੇ ਸਾਥੀਆਂ ਨੂੰ ਵੀ ਬਲਦੀ ਅੱਗ ਦੀ ਭੱਠੀ ਵਿੱਚੋਂ ਜ਼ਿੰਦਾ ਬਾਹਰ ਲਿਆਉਂਦਾ ਹੈ। ਦਾਨੀਅਲ ਦੀ ਪੁਸਤਕ ਵਿੱਚ ਪ੍ਰਵਾਸ ਦੇ ਪੂਰੇ ਸਮੇਂ ਦਾ ਜ਼ਿਕਰ ਹੈ ਜਿਸ ਦੌਰਾਨ ਬਾਬੁਲ ਅਤੇ ਦੇਰੀਅਸ ਦੇ ਰਾਜ ਹੇਠ ਯਹੂਦੀ ਆਪਣੇ ਦੇਸ਼ ਯਹੂਦਾ ਤੋਂ ਦੂਰ ਸਨ। ਇਹ ਫਾਰਸ ਦਾ ਰਾਜਾ ਸਾਇਰਸ ਸੀ ਜਿਸਨੇ ਸੰਨ 1539 ਵਿੱਚ ਯਹੂਦੀਆਂ ਨੂੰ ਵਾਪਸ ਯਹੂਦਾ ਜਾਣ ਦੀ ਇਜਾਜ਼ਤ ਦਾ ਫਰਮਾਨ ਜਾਰੀ ਕੀਤਾ। ਇਸ ਪ੍ਰਕਾਰ ਦਾਨੀਅਲ ਦੀ ਪੁਸਤਕ ਦਾਨੀਅਲ ਨਬੀ ਦੇ ਦੈਵੀ ਦਰਸ਼ਨਾਂ, ਭਵਿੱਖਬਾਣੀਆਂ ਅਤੇ ਪ੍ਰਵਾਸ ਸਮੇਂ ਦੌਰਾਨ ਦੀਆਂ ਘਟਨਾਵਾਂ ਦਾ ਜ਼ਿਕਰ ਕਰਦੀ ਹੈ। ਇਸ ਪੁਸਤਕ ਵਿੱਚ ਫਾਰਸ ਦੇ ਰਾਜ ਤੋਂ ਬਾਅਦ ਯੂਨਾਨ ਅਤੇ ਰੋਮੀ ਸਾਮਰਾਜ ਦੇ ਫੈਲਾਅ ਬਾਰੇ ਭਵਿੱਖਬਾਣੀ ਦਰਜ ਹੈ। ਇਸ ਪੁਸਤਕ ਦੇ ਆਖਰੀ ਭਾਗ ਵਿੱਚ ਕਿਆਮਤ ਅਤੇ ਪ੍ਰਭੂ ਯਿਸੂ ਦੀ ਦੂਜੀ ਆਮਦ ਦੇ ਸਮੇਂ ਹੋਣ ਵਾਲੀਆਂ ਘਟਨਾਵਾਂ ਦੀ ਭਵਿੱਖਬਾਣੀ ਦਾ ਖਾਸ ਜ਼ਿਕਰ ਹੈ। ਇਸ ਟੌਪਿਕ ਵਿੱਚ ਦੱਸਿਆ ਗਿਆ ਹੈ ਕਿ ਦਾਨੀਅਲ ਨਬੀ ਕਿਸ ਤਰ੍ਹਾਂ ਖੁਦਾ ਪ੍ਰਤੀ ਵਫ਼ਾਦਾਰ ਸੀ ਜਿਸ ਦੇ ਕਾਰਨ ਖੁਦਾ ਉਸ ਨੂੰ ਹਰ ਮੁਸ਼ਕਿਲ ਤੋਂ ਬਚਾਉਂਦਾ ਸੀ। ਅਗਲਾ ਟੌਪਿਕ ਹੈ ਦਾਨੀਅਲ ਨਬੀ ਦੀ ਪੁਸਤਕ ਦੇ ਸੰਦੇਸ਼। ਇਸ ਦਾ ਪਹਿਲਾ ਸੰਦੇਸ਼ ਹੈ ਮਨੁੱਖੀ ਘਮੰਡ ਨਾਸ਼ ਦੇ ਰਾਹ ਵੱਲ ਜਾਂਦਾ ਹੈ। ਦੂਜਾ ਮਨੁੱਖ ਦੇ ਰਾਜ ਅਤੇ ਖੁਦਾ ਦੇ ਰਾਜ ਵਿੱਚ ਬਹੁਤ ਵੱਡਾ ਫਰਕ ਹੈ। ਤੀਜਾ ਆਖਰੀ ਸਮੇਂ ਵਿੱਚ ਖੁਦਾ ਹਰ ਤਰ੍ਹਾਂ ਦੇ ਵਿਰੋਧ ਨੂੰ ਨਾਸ਼ ਕਰਕੇ ਆਪਣਾ ਇੱਕੋ ਇੱਕ ਖੁਦਾਈ ਰਾਜ ਸਥਾਪਿਤ ਕਰੇਗਾ। ਅਗਲਾ ਟੌਪਿਕ ਹੈ ਦਾਨੀਅਲ ਨਬੀ ਦੀ ਬੁਲਾਹਟ। ਇਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਖੁਦਾ ਦਾਨੀਅਲ ਨਬੀ ਨੂੰ ਆਵਾਜ਼ ਮਾਰਦਾ ਹੈ। ਬਾਬਿਲੋਨੀਆ ਦਾ ਰਾਜਾ ਨਬੂਕਦਨੇਸਰ ਸੀ ਜਿਸਨੇ ਯਰੂਸ਼ਲਮ ਉੱਤੇ ਚੜ੍ਹਾਈ ਕੀਤੀ ਤੇ ਉਸ ਨੂੰ ਚਾਰੇ ਪਾਸੇ ਤੋਂ ਘੇਰ ਲਿਆ ਸੀ ਤੇ ਉਸਨੇ ਯਹੋਕਿਆਮ ਸਮੇਤ ਹੈਕਲ ਦੇ ਕੁਝ ਪਵਿੱਤਰ ਭਾਂਡਿਆਂ ਨੂੰ ਨਬੂਕਦਨੇਸਰ ਦੇ ਅਧਿਕਾਰ ਵਿੱਚ ਹੋਣ ਦਿੱਤਾ। ਇਸ ਤੋਂ ਬਾਅਦ ਰਾਜਾ ਆਪਣੇ ਦਰਬਾਰ ਦੇ ਪ੍ਰਧਾਨ ਖੁਸਰੇ ਅਸ਼ਪੇਨਸ ਨੂੰ ਹੁਕਮ ਦਿੰਦਾ ਹੈ ਕਿ ਇਸਰਾਏਲ ਦੇ ਸ਼ਾਹੀ ਟੱਬਰਾਂ ਵਿੱਚੋਂ ਕੁਝ ਨੌਜਵਾਨ ਚੁਣੇ। ਉਹ ਨੌਜਵਾਨ ਦੇਖਣ ਵਿੱਚ ਸੋਹਣੇ ਅਤੇ ਤਕੜੇ ਹੋਣੇ ਚਾਹੀਦੇ ਹਨ। ਅਸ਼ਪੇਨਸ ਉਹਨਾਂ ਨੂੰ ਬਾਬਿਲੋਨੀਆ ਦੇਸ਼ ਦੀ ਭਾਸ਼ਾ, ਸਾਹਿਤ ਅਤੇ ਰੀਤੀ ਰਿਵਾਜਾਂ ਬਾਰੇ ਸਿਖਾਵੇਗਾ। ਰਾਜਾ ਆਪਣੇ ਪ੍ਰਧਾਨ ਖੁਸਰੇ ਨੂੰ ਕਹਿੰਦਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਸ਼ਾਹੀ ਭੋਜ ਅਤੇ ਦਾਖਰਸ ਪੀਣ ਲਈ ਦਿੱਤੀ ਜਾਵੇ। 3 ਸਾਲਾਂ ਬਾਅਦ ਇਹਨਾਂ ਨੂੰ ਰਾਜ ਦਰਬਾਰ ਵਿੱਚ ਫਿਰ ਪੇਸ਼ ਕੀਤਾ ਜਾਵੇਗਾ। ਇਹਨਾਂ ਨੌਜਵਾਨਾਂ ਵਿੱਚ 4 ਨੌਜਵਾਨ ਸਨ ਜਿਨ੍ਹਾਂ ਦਾ ਨਾਂ ਸੀ ਦਾਨੀਅਲ, ਹਨਨਿਆਹ, ਮਿਸ਼ਾਏਲ ਅਤੇ ਅਜ਼ਾਰਿਯਾਹ ਜੋ ਯਹੂਦਾ ਵੰਸ਼ ਦੇ ਨਾਲ ਸੰਬੰਧਿਤ ਸਨ। ਪਰ ਦਾਨੀਅਲ ਨਬੀ ਨੇ ਇਹ ਫੈਸਲਾ ਕੀਤਾ ਕਿ ਉਹ ਸ਼ਾਹੀ ਭੋਜਨ ਅਤੇ ਦਾਖਰਸ ਪੀ ਕੇ ਆਪਣੇ ਆਪ ਨੂੰ ਅਪਵਿੱਤਰ ਨਹੀਂ ਕਰੇਗਾ। ਇਸ ਲਈ ਉਸਨੇ ਖੁਸਰਿਆਂ ਦੇ ਸਰਦਾਰ ਅੱਗੇ ਬੇਨਤੀ ਕੀਤੀ ਕਿ ਉਹ ਉਸ ਨੂੰ ਇਹ ਭੋਜਨ ਨਾ ਖਾਣ ਦੀ ਛੋਟ ਦਿੱਤੀ ਜਾਵੇ। ਖੁਸਰਿਆਂ ਦੇ ਪ੍ਰਧਾਨ ਦੇ ਦਿਲ ਵਿੱਚ ਉਸਦੇ ਪ੍ਰਤੀ ਹਮਦਰਦੀ ਸੀ ਪਰ ਉਹ ਰਾਜੇ ਕੋਲੋਂ ਡਰਦਾ ਸੀ। ਫਿਰ ਦਾਨੀਅਲ ਸਰਦਾਰ ਕੋਲ ਗਿਆ ਜਿਸ ਨੂੰ ਅਸ਼ਪੇਨਸ ਨੇ ਦਾਨੀਅਲ ਅਤੇ ਉਸਦੇ ਸਾਥੀਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਸੀ। ਦਾਨੀਅਲ ਕਹਿੰਦਾ ਹੈ ਕਿ ਤੁਸੀਂ ਸਾਨੂੰ 10 ਦਿਨਾਂ ਲਈ ਸਾਗ-ਪਤ ਖਾਣ ਦੀ ਆਗਿਆ ਦੇਵੋ ਅਤੇ ਬਾਕੀ ਨੌਜਵਾਨਾਂ ਨੂੰ ਸ਼ਾਹੀ ਭੋਜਨ। ਫਿਰ 10 ਦਿਨਾਂ ਬਾਅਦ ਤੁਸੀਂ ਆਪ ਹੀ ਦੇਖ ਲੈਣਾ ਕਿ ਸਾਡੇ ਵਿੱਚ ਤੇ ਉਹਨਾਂ ਵਿੱਚ ਕੀ ਫਰਕ ਹੈ। 10 ਦਿਨਾਂ ਬਾਅਦ ਜਦੋਂ ਦਾਨੀਅਲ ਅਤੇ ਉਸਦੇ ਸਾਥੀਆਂ ਨੂੰ ਰਾਜੇ ਅੱਗੇ ਪੇਸ਼ ਕੀਤਾ ਗਿਆ ਤਾਂ ਉਹ ਬਾਕੀ ਨੌਜਵਾਨਾਂ ਨਾਲੋਂ ਦੇਖਣ ਵਿੱਚ ਸੋਹਣੇ ਅਤੇ ਤਾਕਤਵਰ ਦਿਖਾਈ ਦਿੱਤੇ। ਇੱਥੇ ਹੀ ਦਾਨੀਅਲ ਨੂੰ ਸੁਪਨਿਆਂ ਦਾ ਮਤਲਬ ਅਤੇ ਦਰਸ਼ਨਾਂ ਦੇ ਅਰਥ ਸਮਝਣ ਦੀ ਦਾਤ ਵੀ ਮਿਲੀ। ਚੁਣੇ ਹੋਏ ਨੌਜਵਾਨਾਂ ਵਿੱਚੋਂ ਦਾਨੀਅਲ, ਹਨਨਿਆਹ, ਮਿਸ਼ਾਏਲ ਅਤੇ ਅਜ਼ਾਰਿਯਾਹ ਹੀ ਰਾਜਾ ਨੂੰ ਸਭ ਨੌਜਵਾਨਾਂ ਵਿੱਚੋਂ ਚੰਗੇ ਲੱਗੇ ਅਤੇ ਉਸਨੇ ਇਹਨਾਂ ਨੂੰ ਰਾਜ ਦਰਬਾਰੀ ਹੋਣ ਲਈ ਚੁਣ ਲਿਆ। ਅਗਲਾ ਟੌਪਿਕ ਹੈ ਬਲਦੀ ਭੱਠੀ ਵਿੱਚ ਸਦਰਕ, ਮੇਸ਼ਕ ਅਤੇ ਅਬਦਨਗੋ। ਰਾਜਾ ਨਬੂਕਦਨੇਸਰ ਇੱਕ ਸੋਨੇ ਦਾ ਬੁੱਤ ਬਣਾਉਂਦਾ ਹੈ ਅਤੇ ਉਹ ਆਪਣੇ ਸੰਦੇਸ਼ਵਾਹਕ ਨੂੰ ਇਹ ਹੁਕਮ ਕਹਿ ਕੇ ਘੱਲਦਾ ਹੈ ਕਿ ਸਭ ਕੌਮਾਂ, ਜਾਤਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਕਹਿ ਕਿ ਤੁਸੀਂ
ਵਿਗਲ ਵੱਜਣ ਸਮੇਂ ਬੰਸਰੀ, ਬਰਬਤ, ਵੀਣਾ, ਸਰੰਗੇ ਤੇ ਵੀਣ ਦੀ ਆਵਾਜ਼ ਸੁਣੋ ਤਾਂ ਇਸ ਬੁੱਤ ਅੱਗੇ ਮੱਥਾ ਟੇਕ ਕੇ ਇਸ ਦੀ ਆਰਾਧਨਾ ਕਰਨਾ। ਜੇਕਰ ਅਜਿਹਾ ਕੋਈ ਨਹੀਂ ਕਰਦਾ ਤਾਂ ਉਸਨੂੰ ਬਲਦੀ ਅੱਗ ਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ। ਤਦ ਲੋਕਾਂ ਨੇ ਜਦੋਂ ਬਿਗਲ ਦੀ ਆਵਾਜ਼ ਸੁਣੀ ਤਦ ਉਹਨਾਂ ਸਭ ਨੇ ਉਸ ਬੁੱਤ ਅੱਗੇ ਮੱਥਾ ਟੇਕਿਆ। ਪਰ ਉਹਨਾਂ ਵਿੱਚੋਂ ਕੁਝ ਯਹੂਦੀ ਸਨ ਜਿਨ੍ਹਾਂ ਨੇ ਅਜਿਹਾ ਨਹੀਂ ਕੀਤਾ ਤੇ ਉਹਨਾਂ ਦੀ ਸ਼ਿਕਾਇਤ ਰਾਜਾ ਨਬੂਕਦਨੇਸਰ ਅੱਗੇ ਪੇਸ਼ ਕੀਤੀ ਗਈ। ਤਦ ਇਹਨਾਂ ਤਿੰਨਾਂ ਨੌਜਵਾਨਾਂ ਸਦਰਕ, ਮੇਸ਼ਕ ਅਤੇ ਅਬਦਨਗੋ ਨੂੰ ਰਾਜਾ ਸਾਹਮਣੇ ਪੇਸ਼ ਕੀਤਾ ਗਿਆ। ਤਦ ਉਹਨਾਂ ਨੇ ਰਾਜਾ ਨੂੰ ਕਿਹਾ ਕਿ ਅਸੀਂ ਖੁਦਾ ਤੋਂ ਇਲਾਵਾ ਕਿਸੇ ਹੋਰ ਦੇਵੀ ਦੇਵਤੇ ਸਾਹਮਣੇ ਆਪਣਾ ਸਿਰ ਨਹੀਂ ਝੁਕਾਵਾਂਗੇ। ਇਹ ਸੁਣ ਕੇ ਰਾਜਾ ਬਹੁਤ ਹੀ ਗੁੱਸੇ ਵਿੱਚ ਆ ਗਿਆ, ਜਿਸ ਕਾਰਨ ਉਸ ਨੇ ਉਹਨਾਂ ਤਿੰਨਾਂ ਨੂੰ ਬਲਦੀ ਭੱਠੀ ਵਿੱਚ ਸੁੱਟਣ ਦਾ ਫੈਸਲਾ ਕੀਤਾ। ਰਾਜੇ ਨੇ ਅੱਗ ਦੀ ਭੱਠੀ ਨੂੰ ਪਹਿਲਾਂ ਨਾਲੋਂ 7 ਗੁਣਾ ਜ਼ਿਆਦਾ ਤੇਜ਼ ਕੀਤਾ ਅਤੇ ਤਿੰਨਾਂ ਨੌਜਵਾਨਾਂ ਨੂੰ ਵਿੱਚ ਸਿੱਟ ਦਿੱਤਾ ਗਿਆ। ਜੋ ਲੋਕ ਉਹਨਾਂ ਨੂੰ ਭੱਠੀ ਤੱਕ ਲੈ ਕੇ ਜਾ ਰਹੇ ਸਨ ਉਹ ਆਪ ਹੀ ਅੱਗ ਦੇ ਸੇਕ ਨਾਲ ਸੜ ਗਏ। ਜਦੋਂ ਤਿੰਨੇ ਨੌਜਵਾਨ ਅੱਗ ਦੀ ਭੱਠੀ ਵਿੱਚ ਸਨ ਤਾਂ ਖੁਦਾ ਨੇ ਭੱਠੀ ਵਿਚਕਾਰ ਅਜਿਹੀ ਠੰਡੀ ਹਵਾ ਭਰ ਦਿੱਤੀ ਕਿ ਜਿਵੇਂ ਸਵੇਰ ਵੇਲੇ ਚੱਲਦੀ ਹੋਵੇ। ਇਸ ਲਈ ਅੱਗ ਉਹਨਾਂ ਨੂੰ ਫੜ ਤੱਕ ਨਾ ਸਕੀ ਅਤੇ ਨਾ ਹੀ ਉਹਨਾਂ ਦਾ ਕੋਈ ਨੁਕਸਾਨ ਹੋਇਆ। ਉਹ ਤਿੰਨੇ ਨੌਜਵਾਨ ਖੁਦਾ ਦੀ ਵਡਿਆਈ ਕਰਦੇ ਰਹੇ ਅਤੇ ਉਸ ਦੀ ਮਹਿਮਾ ਗਾਉਂਦੇ ਰਹੇ। ਉਹਨਾਂ ਨੇ ਆਪਣੇ ਸਰਵਉੱਚ ਖੁਦਾਵੰਦ ਨੂੰ ਧੰਨ ਕਿਹਾ ਤੇ ਉਸ ਦਾ ਸਤੁਤੀਗਾਨ ਅਤੇ ਗੁਣਗਾਨ ਕੀਤਾ। ਦਾਨੀਏਲ ਸ਼ੇਰਾਂ ਦੇ ਘੁਰਨੇ ਵਿੱਚ। ਦਾਨੀਏਲ ਰਾਜਾ ਨੂੰ ਬਹੁਤ ਚੰਗਾ ਲੱਗਦਾ ਸੀ, ਇਸ ਲਈ ਉਸਨੇ ਆਪਣੇ ਖਾਸ ਕੰਮਾਂ ਕਰਨ ਲਈ ਦਾਨੀਏਲ ਨੂੰ ਚੁਣਿਆ। ਇਹ ਹੁੰਦਾ ਦੇਖ ਕੇ ਬਾਕੀ ਦੇ ਲੋਕ ਉਸ ਤੋਂ ਖਾਰ ਖਾਣ ਲੱਗੇ, ਜਿਸ ਕਾਰਨ ਉਹ ਕੋਈ ਨਾ ਕੋਈ ਮੌਕਾ ਭਾਲਦੇ ਰਹਿੰਦੇ ਜਿਸ ਨਾਲ ਦਾਨੀਏਲ ਨੂੰ ਨੀਵਾਂ ਕੀਤਾ ਜਾਵੇ। ਉਹਨਾਂ ਕਿਹਾ ਕਿ ਸਿਰਫ ਧਾਰਮਿਕ ਵਿਸ਼ਵਾਸ ਤੋਂ ਇਲਾਵਾ ਹੋਰ ਦਾਨੀਏਲ ਵਿੱਚ ਕੋਈ ਦੋਸ਼ ਨਹੀਂ ਲੱਭਿਆ ਜਾਵੇਗਾ। ਇਸ ਲਈ ਉਹਨਾਂ ਨੇ ਰਾਜਾ ਨੂੰ ਕਿਹਾ ਕਿ ਅਗਲੇ 30 ਦਿਨਾਂ ਤੱਕ ਰਾਜ ਦਾ ਕੋਈ ਵੀ ਵਾਸੀ ਮਹਾਰਾਜ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤਾ ਦੀ ਪੂਜਾ ਨਾ ਕਰੇ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਹ ਸ਼ੇਰਾਂ ਦੇ ਘੁਰਨੇ ਵਿੱਚ ਸੁੱਟ ਦਿੱਤਾ ਜਾਵੇਗਾ। ਇਸ ਤਰ੍ਹਾਂ ਮਹਾਰਾਜ ਨੇ ਇਹ ਐਲਾਨ ਕਰਵਾਇਆ। ਪਰ ਦਾਨੀਏਲ ਆਪਣੇ ਨਿਤ ਨਿਯਮ ਅਨੁਸਾਰ ਰੋਜ਼ ਪ੍ਰਭੂ ਅੱਗੇ ਆਪਣੀ ਖਿੜਕੀ ਉੱਤੇ ਜਾ ਕੇ ਪ੍ਰਾਰਥਨਾ ਕਰਦਾ ਰਿਹਾ। ਇਹ ਦੇਖ ਕੇ ਕੁਝ ਲੋਕਾਂ ਨੇ ਦਾਨੀਏਲ ਦੀ ਸ਼ਿਕਾਇਤ ਪ੍ਰਭੂ ਅੱਗੇ ਜਾ ਕੀਤੀ ਕਿ ਦਾਨੀਏਲ ਆਪਣੇ ਪ੍ਰਭੂ ਨੂੰ ਹੀ ਮੰਨਦਾ ਹੈ, ਉਹ ਤੁਹਾਡੇ ਹੁਕਮ ਦੀ ਪਰਵਾਹ ਨਹੀਂ ਕਰਦਾ। ਇਹ ਸੁਣ ਕੇ ਰਾਜਾ ਨੂੰ ਬਹੁਤ ਦੁੱਖ ਹੋਇਆ। ਉਹ ਦਾਨੀਏਲ ਨੂੰ ਉਹਨਾਂ ਹੱਥੋਂ ਬਚਾਉਣਾ ਚਾਹੁੰਦਾ ਸੀ ਪਰ ਉਸ ਨੂੰ ਇਸ ਦਾ ਕੋਈ ਤਰੀਕਾ ਨਹੀਂ ਲੱਭਿਆ। ਤਦ ਦੁਖੀ ਮਨ ਨਾਲ ਰਾਜੇ ਨੇ ਆਗਿਆ ਦਿੱਤੀ ਕਿ ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਵਿੱਚ ਸੁੱਟ ਦਿੱਤਾ ਜਾਵੇ। ਇਸ ਲਈ ਰਾਤ ਨੂੰ ਦਾਨੀਏਲ ਨੂੰ ਸ਼ੇਰਾਂ ਦੇ ਘੁਰਨੇ ਵਿੱਚ ਸੁੱਟ ਦਿੱਤਾ ਗਿਆ। ਅਗਲੇ ਦਿਨ ਰਾਜਾ ਤੁਰੰਤ ਹੀ ਦਾਨੀਏਲ ਕੋਲ ਪਹੁੰਚਿਆ ਅਤੇ ਉਸਨੇ ਬਾਹਰੋਂ ਆਵਾਜ਼ ਮਾਰ ਕੇ ਦਾਨੀਏਲ ਨੂੰ ਪੁੱਛਿਆ ਕਿ ਤੂੰ ਅੰਦਰ ਠੀਕ ਠਾਕ ਹੈ। ਤਦ ਦਾਨੀਏਲ ਨੇ ਉੱਤਰ ਦਿੱਤਾ ਕਿ ਪ੍ਰਭੂ ਨੇ ਮੈਨੂੰ ਬਚਾਇਆ ਹੈ, ਉਸਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਅਤੇ ਉਸਨੇ ਤੁਰੰਤ ਦਾਨੀਏਲ ਨੂੰ ਬਾਹਰ ਕੱਢਿਆ। ਤਦ ਜਿਹੜੇ ਲੋਕਾਂ ਨੇ ਦਾਨੀਏਲ ਨਬੀ ਦਾ ਬੁਰਾ ਸੋਚਿਆ ਸੀ, ਰਾਜਾ ਨੇ ਹੁਕਮ ਦਿੱਤਾ ਕਿ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਸਮੇਤ ਸ਼ੇਰਾਂ ਦੇ ਘੁਰਨੇ ਵਿੱਚ ਸੁੱਟ ਦਿੱਤਾ ਜਾਵੇ। ਅੰਤ ਦਾ ਸਮਾਂ। ਇਸ ਵਿੱਚ ਦਾਨੀਏਲ ਨਬੀ ਉੱਤੇ ਕੁਝ ਭਵਿੱਖਬਾਣੀਆਂ ਪੇਸ਼ ਹੋਈਆਂ ਕਿ ਅੰਤ ਦਾ ਦਿਨ ਕਿੱਦਾਂ ਦਾ ਹੋਵੇਗਾ। ਉਸ ਸਮੇਂ ਬਹੁਤ ਹੀ ਜ਼ਿਆਦਾ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪਵੇਗਾ, ਪਰ ਜੋ ਆਪਣੇ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਅੰਤ ਤੱਕ ਬਚਾਇਆ ਜਾਵੇਗਾ। ਸੁਸੰਨਾ ਇੱਕ ਅਜਿਹੀ ਔਰਤ ਹੈ ਜੋ ਖੁਦਾ ਵਿੱਚ ਆਪਣਾ ਵਿਸ਼ਵਾਸ ਰੱਖਦੀ ਹੈ ਤੇ ਖੁਦਾ ਦਾਨੀਏਲ ਨਬੀ ਦੇ ਰਾਹੀਂ ਉਸ ਦਾ ਬਚਾਅ ਕਰਦਾ ਹੈ। ਸੁਸੰਨਾ ਜੋਆਕਿਮ ਦੀ ਪਤਨੀ ਸੀ। ਜੋਆਕਿਮ ਬਹੁਤ ਹੀ ਅਮੀਰ ਸੀ ਅਤੇ ਉਸ ਦਾ ਬਹੁਤ ਮਾਣ ਸਨਮਾਨ ਸੀ। ਇੱਕ ਦਿਨ ਕੁਝ ਨਿਆਂਕਰਤਾ ਸੁਸੰਨਾ ਉੱਤੇ ਝੂਠਾ ਦੋਸ਼ ਲਾਉਂਦੇ ਹਨ ਕਿ ਇਸ ਦਾ ਚਰਿੱਤਰ ਗਲਤ ਹੈ। ਤਦ ਸੁਸੰਨਾ ਬਹੁਤ ਦੁਖੀ ਹੁੰਦੀ ਹੈ ਤੇ ਆਪਣੇ ਖੁਦਾ ਨੂੰ ਪੁਕਾਰਦੀ ਹੈ। ਤਦ ਖੁਦਾ ਉਸ ਦੀ ਆਵਾਜ਼ ਸੁਣਦਾ ਹੈ ਅਤੇ ਦਾਨੀਏਲ ਨੂੰ ਉਸ ਜਗ੍ਹਾ ਉੱਤੇ ਭੇਜ ਕੇ ਉਸ ਦੇ ਚਰਿੱਤਰ ਦਾ ਅਤੇ ਉਸ ਦਾ ਬਚਾਅ ਕਰਦਾ ਹੈ। ਜਦੋਂ ਦਾਨੀਏਲ ਉਸ ਨੂੰ ਬਚਾ ਲੈਂਦਾ ਹੈ ਤਾਂ ਸੁਸੰਨਾ ਉੱਚੀ ਆਵਾਜ਼ ਨਾਲ ਪ੍ਰਭੂ ਦਾ ਧੰਨਵਾਦ ਕਰਦੀ ਹੈ ਤੇ ਉਸ ਤੇ ਕਹਿੰਦੀ ਹੈ ਕਿ ਉਸ ਤੇ ਭਰੋਸਾ ਰੱਖਣ ਵਾਲਿਆਂ ਨੂੰ ਪ੍ਰਭੂ ਜ਼ਰੂਰ ਬਚਾਉਂਦਾ ਹੈ। ਜਦੋਂ ਦਾਨੀਏਲ ਅਜਿਹਾ ਕਰਦਾ ਹੈ ਤਾਂ ਉਸ ਦਿਨ ਤੋਂ ਲੋਕ ਉਸ ਦਾ ਬਹੁਤ ਆਦਰ ਮਾਣ ਕਰਨ ਲੱਗ ਪੈਂਦੇ ਹਨ।